ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मैं ਤੁਹਾਡੀ ਹੋਸਟ ਨੀਲਮ ਕੌਰ ਤੇ मैं TV 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ। ਪ੍ਰੋਗਰਾਮ ਸੱਚੋ ਸੱਚ ਵਿੱਚ ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ। ਜੀ ਡਾਕਟਰ ਸਾਹਿਬ, ਵੈਲਕਮ ਟੂ ਅਵਰ ਸ਼ੋ। ਥੈਂਕ ਯੂ ਵੈਰੀ ਮਚ। ਜੀ ਡਾਕਟਰ ਸਾਹਿਬ, ਅੱਜ 18 ਜੁਲਾਈ 3 ਸਾਵਨ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਅੱਜ ਦਾ ਕੋਈ ਅਹਿਮ ਮੁੱਦਾ? ਅੱਜ ਮੇਰੀਆਂ ਨਜ਼ਰਾਂ 'ਚੋਂ ਪ੍ਰੈਜ਼ੀਡੈਂਟ ਕਲਿੰਟਨ ਦਾ ਇੱਕ ਇੰਟਰਵਿਊ ਜਿਹੜਾ ਉਹਨਾਂ ਨੇ NDTV ਤੇ ਦਿੱਤਾ ਉਹ ਗੁਜ਼ਰਿਆ ਜੀ, ਕਿਉਂਕਿ ਕਲਿੰਟਨ ਅੱਜ ਕੱਲ੍ਹ ਭਾਰਤ ਗਏ ਹੋਏ ਨੇ। ਜੈਪੁਰ ਦੇ ਵਿੱਚ ਉਹਨਾਂ ਨੇ ਇੰਟਰਵਿਊ ਦਿੱਤਾ NDTV ਨੂੰ ਜੀ। ਉਹ ਉੱਥੇ ਇੱਕ ਬਹੁਤ ਵੱਡੀ ਜਿਹਨੂੰ ਈਟਰੀ ਕਿਹਾ ਜਾਂਦਾ ਹੈ ਕਿ ਜਿਵੇਂ ਲੱਖਾਂ ਸਕੂਲੀ ਬੱਚਿਆਂ ਨੂੰ ਜਿਹੜਾ ਇਹਨਾਂ ਦਾ ਮਿਡ ਡੇ ਸਨੈਕ ਜਾਂ ਮਿਡ ਡੇ ਮੀਲ ਪ੍ਰੋਗਰਾਮ ਹੈ ਉਹ ਇੱਕ ਥਾਂ ਤੋਂ ਸਪਲਾਈ ਹੁੰਦਾ ਹੈ। ਗਵਰਨਮੈਂਟ ਦਾ ਪ੍ਰੋਗਰਾਮ ਹੈ ਕਿ ਬੱਚਿਆਂ ਨੂੰ ਤੁਸੀਂ ਦਿਨੇ ਖਾਣਾ ਦਿਓ। ਇਹ ਵੱਖਰੀ ਗੱਲ ਹੈ ਕਿ ਕਿਤੇ ਖਾਣੇ ਦੇ ਵਿੱਚ ਕਦੇ ਬਿੱਛੂ ਨਿਕਲਦਾ ਹੈ, ਕਿਤੇ ਸੱਪ ਨਿਕਲਦਾ ਹੈ, ਕਿਤੇ ਹੋਰ ਜਿਹੜੇ ਨੇ ਉਸ ਜ਼ਹਿਰੀਲੇ ਖਾਣੇ ਨਾਲ ਕਈ ਥਾਂ ਤੇ ਕੈਜੂਅਲਟੀਜ਼ ਹੋਈਆਂ ਜੀ। ਪਰ ਇੰਡੀਅਨਸ ਨੂੰ ਜਾਂਚ ਹੈ ਆਪਣਾ ਝੂਠ ਕਿਵੇਂ ਵੇਚਣਾ ਹੈ ਤੇ ਉਹ ਬਾਹਰਲਿਆਂ ਨੂੰ ਬੜਾ ਇੰਪ੍ਰੈਸ ਕਰਦਾ ਹੈ ਕਿ ਜੋ ਐਸਾ ਪਲਾਂਟ ਜਿੱਥੇ ਲੱਖਾਂ ਬੱਚਿਆਂ ਦਾ ਫੂਡ ਤਿਆਰ ਹੁੰਦਾ ਹੈ ਉਹਨਾਂ ਨੂੰ ਭੇਜਿਆ ਜਾਂਦਾ ਹੈ। ਸੋ ਇਹ ਵੀ ਕੋਈ ਨਾ ਕੋਈ ਬਹਾਨਾ ਲੱਭਦੇ ਹੁੰਦੇ ਨੇ ਟੂਰ ਦਾ। ਔਰ ਜਦੋਂ ਵੀ ਇਸ ਕਿਸਮ ਦੀ ਕਿਸੇ ਥਾਂ ਤੇ ਜਦੋਂ ਖਾਸ ਤੌਰ ਤੇ ਐਕਸ ਪ੍ਰੈਜ਼ੀਡੈਂਟ ਦੂਸਰੇ ਜਾਂਦੇ ਨੇ ਇਹਨਾਂ ਨੇ ਆਪਣਾ ਭਾਅ ਰੱਖਿਆ ਹੁੰਦਾ। ਜਿਵੇਂ ਹੁਣ ਕਲਿੰਟਨ ਇੱਥੇ ਜਦੋਂ ਵੀ ਕਿਤੇ ਉਹਨੂੰ ਕੋਈ ਲੈਕਚਰ ਲਈ ਸੱਦਦਾ ਤਾਂ $1 ਲੱਖ ਉਹਦਾ ਇੱਕ ਸਪੀਚ ਦਾ ਚਾਰਜ ਹੁੰਦਾ ਹੈ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਅੱਜ ਕੱਲ੍ਹ ਸਾਰਾ ਕਮਰਸ਼ੀਅਲ ਕੰਮ ਹੀ ਬਣ ਗਿਆ ਹੈ ਕਿ ਜਿਸ ਪਲੇਟਫਾਰਮ ਤੇ ਜਾਂ ਜਿਸ ਕਿਸੇ ਸਮਾਗਮ 'ਚ ਕੋਈ ਬਹੁਤ ਇੰਟਰਨੈਸ਼ਨਲ ਡਿਗਨਿਟਰੀ ਆਏਗੀ ਉਹਨੂੰ ਆਟੋਮੈਟਿਕਲੀ ਰੈਕਗਨੀਸ਼ਨ ਮਿਲ ਜਾਂਦੀ ਹੈ ਜੀ। ਉਹ ਜੀ ਸਦਕੇ ਕਲਿੰਟਨ ਉੱਥੇ ਲੰਚ ਖਾਣ ਜਾਏ, ਡਿਨਰ ਖਾਣ ਜਾਏ, ਕੋਈ ਭਾਰਤ ਨਾਟਿਅਮ ਦੇਖੇ, ਕਥਾ ਕੱਲੀ ਦੇਖੇ, ਡਾਂਸ ਦੇਖਣ ਜਾਏ ਤਾਂ ਉਹਦੇ ਸ਼ੌਕ ਨੇ ਔਰ ਭਾਰਤ ਉਹਦੇ ਸ਼ੌਕਾਂ ਦੇ ਵਿੱਚ ਪੂਰੀ ਤਰ੍ਹਾਂ ਫਿੱਟ ਬਹਿੰਦਾ ਜੀ। ਲੇਕਿਨ ਜਿਹੜੀ ਗੱਲ ਦਾ ਸਾਨੂੰ ਇਤਰਾਜ਼ ਹੈ ਔਰ ਜਿਸ ਕਰਕੇ ਮੈਂ ਇਸ ਨੂੰ ਅੱਜ ਦੇ ਮੁੱਖ ਵਿਸ਼ੇ ਦੇ ਤੌਰ ਦੇ ਉੱਤੇ ਚੁਣਿਆ ਉਹ ਪ੍ਰੈਜ਼ੀਡੈਂਟ ਕਲਿੰਟਨ ਦਾ NDTV ਨੂੰ ਦਿੱਤਾ ਹੋਇਆ ਇੰਟਰਵਿਊ ਹੈ ਜੀ। ਔਰ ਇਹਦੇ 'ਚ ਇਸ ਇੰਟਰਵਿਊ ਬਾਰੇ ਕੀ ਗੱਲਾਂ ਨੇ ਜਿਹੜੀਆਂ ਬਿਲਕੁਲ ਗੈਰ ਜ਼ਿੰਮੇਵਾਰਾਨਾ ਨੇ ਉਸ ਦੀ ਮੈਂ ਗੱਲ ਕਰਾਂ। ਉਸ ਤੋਂ ਪਹਿਲਾਂ ਇਸ ਗੱਲ ਦਾ ਵੀ ਧਿਆਨ ਰਿਹਾ ਕਿ ਕਲਿੰਟਨ ਦੇ ਲਈ ਕੋਈ ਇੰਡੀਆ ਜਾਂ ਉੱਥੋਂ ਦਾ ਸਿਸਟਮ ਜਾਂ ਹਿੰਦੂ ਅੱਤਵਾਦ ਜਾਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਦਾ ਕੰਮ ਕਰਨ ਦਾ ਕੀ ਤੌਰ ਤਰੀਕਾ ਹੈ ਜਾਂ RSS ਦਾ ਏਜੰਡਾ ਕੀ ਹੈ ਉਹਨੂੰ ਕੋਈ ਇਸ ਬਾਰੇ ਭੁਲੇਖਾ ਨਹੀਂ ਹੈ। ਪਰ ਫਿਰ ਵੀ ਜੇ ਆਰਥਿਕ ਹਿੱਤਾਂ ਨੂੰ ਸਾਹਮਣੇ ਰੱਖਦੇ ਆ ਜਾਂ ਜਸਟ ਇੱਕ ਸਟੇਜ ਤੇ ਆ ਕੇ ਪੈਸਾ ਹੀ ਬੋਲਣ ਲੱਗ ਜਾਂਦਾ ਹੈ ਜੀ ਤੇ ਫਿਰ ਉੱਥੇ ਤੁਸੀਂ ਕੁਝ ਨਹੀਂ ਕਰ ਸਕਦੇ ਕਿਉਂਕਿ ਇਹੀ ਪ੍ਰੈਜ਼ੀਡੈਂਟ ਕਲਿੰਟਨ ਹੈ ਕਿ ਜਦੋਂ ਇਹਨੇ 20 ਮਾਰਚ 2000 ਨੂੰ ਭਾਰਤ ਦਾ ਦੌਰਾ ਸ਼ੁਰੂ ਕਰਨ ਦੇ ਲਈ ਦਿੱਲੀ ਦੇ ਵਿੱਚ ਏਅਰਪੋਰਟ ਤੇ ਆਪਣੇ ਕਦਮ ਰੱਖੇ ਸੀ ਤੇ ਉਸੇ ਰਾਤ ਕਸ਼ਮੀਰ ਵਾਦੀ ਦੇ ਜ਼ਿਲ੍ਹਾ ਅਨੰਤਨਾਗ ਦੇ ਚਿੱਠੀ ਸਿੰਘਪੁਰਾ ਪਿੰਡ ਵਿੱਚ 35 ਸਿੱਖਾਂ ਨੂੰ ਨੌਜਵਾਨ ਔਰ ਬਜ਼ੁਰਗ ਵੀ ਉਹਨਾਂ 'ਚ ਸ਼ਾਮਲ ਸੀ ਘਰਾਂ 'ਚੋਂ ਕੱਢ ਕੇ ਚਿੱਠੀ ਸਿੰਘਪੁਰਾ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਖੜੇ ਕਰਕੇ ਐਲ ਕੈਪੀਨੋ ਸਟਾਈਲ ਤਰੀਕੇ ਨਾਲ ਜਿਹੜਾ ਉਹ ਮਾਰ ਦਿੱਤਾ ਗਿਆ ਸੀ। ਔਰ ਇਸ ਗੱਲ ਨੂੰ ਬੇਸ਼ੱਕ ਉਦੋਂ ਇੰਡੀਅਨਸ ਨੇ ਬੜੀ ਚਲਾਕੀ ਦੇ ਨਾਲ ਪਾਕਿਸਤਾਨੀ ਏਜੰਸੀਆਂ ਦੇ ਲਸ਼ਕਰੇ ਤਾਇਬਾ ਦੇ ਖਾਤੇ 'ਚ ਪਾਇਆ ਪਰ ਬਹੁਤ ਜਲਦੀ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਵੀ ਇਹ ਇੰਡੀਅਨ ਏਜੰਸੀਆਂ ਦਾ ਆਪਣਾ ਕਾਰਾ ਸੀ ਜੀ। ਔਰ ਇਸ ਦੀ ਸਪਸ਼ਟਤਾ ਕਿਸੇ ਹੋਰ ਨੇ ਨਹੀਂ ਸਗੋਂ ਪ੍ਰੈਜ਼ੀਡੈਂਟ ਕਲਿੰਟਨ ਨੇ ਆਪਣੇ ਉਸ ਮੁੱਖਬੰਦ ਵਿੱਚ ਕੀਤੀ ਫੋਰਵਰਡਸ ਜਿਹੜੀ ਕਿ ਪ੍ਰੈਜ਼ੀਡੈਂਟ ਕਲਿੰਟਨ ਨੇ ਆਪਣੀ ਸੈਕਟਰੀ ਆਫ ਸਟੇਟ ਵਿਦੇਸ਼ ਮੰਤਰੀ ਮੈਡਲੀਨਾ ਐਲਬਰਾਈਟ ਜਿਹੜੀ ਕਿ ਜਦੋਂ ਰਿਟਾਇਰ ਹੋਈ ਉਹਨੇ ਪਹਿਲੀ ਟਰਮ ਤੋਂ ਬਾਅਦ ਛੱਡਿਆ ਆਪਣਾ ਅਹੁਦਾ ਜੀ। ਔਰ ਉਹਨੇ ਕਿਤਾਬ ਲਿਖੀ ਮਾਈਟੀ ਐਂਡ ਅਲਮਾਈਟੀ। ਉਸ ਕਿਤਾਬ ਦੇ ਵਿੱਚ ਕਲਿੰਟਨ ਨੇ ਕਿਹਾ ਕਿ ਵੀ ਮੈਂ ਜਦੋਂ ਭਾਰਤ ਦਾ ਦੌਰਾ ਕਰਨਾ ਸੀ 35 ਸਿੱਖਾਂ ਨੂੰ ਹਿੰਦੂ ਮਿਲੀਟੈਂਟਸ ਨੇ ਮੌਤ ਦੇ ਘਾਟ ਉਤਾਰਿਆ। ਮੈਨੂੰ ਪਤਾ ਸੀ ਕਿ ਇਹੋ ਜਿਹਾ ਕੰਮ ਹੋ ਸਕਦਾ ਹੈ ਪਰ ਮੇਰੇ ਆਪਣੇ ਦੇਸ਼ ਪ੍ਰਤੀ ਫਰਜ਼ ਸਨ, ਮੈਂ ਦੌਰਾ ਕਰਨਾ ਸੀ ਦਿਸ ਦੈਟ ਜੀ। ਹੁਣ ਚਾਹੀਦਾ ਤਾਂ ਇਹ ਸੀ ਕਿ ਇਹ ਕਿਉਂਕਿ ਕਲਿੰਟਨ ਦੀ ਇਹ ਜ਼ਿੰਮੇਵਾਰੀ ਇਖਲਾਕੀ ਜ਼ਿੰਮੇਵਾਰੀ ਵੀ ਬਣਦੀ ਸੀ ਕਿਉਂਕਿ ਉਹਦੀ ਵਿਜ਼ਿਟ ਦੇ ਨਾਲ 35 ਸਿੱਖਾਂ ਦੀਆਂ ਜਾਨਾਂ ਗਈਆਂ ਔਰ ਅੱਜ ਵੀ ਉਹ ਪਿੰਡ ਜਿਹੜਾ ਇੱਕ ਉਜੜਿਆ ਪਿੰਡ ਹੈ ਉੱਥੇ ਔਰਫਨ ਬੱਚੇ ਨੇ ਯਤੀਮ ਜਾਂ ਵਿਡੋ ਸਿੱਖ ਔਰਤਾਂ ਨੇ ਜਿਹੜੀਆਂ ਉਸ ਚੋਂ ਗੁਜ਼ਰੀਆਂ। ਚਾਹੀਦਾ ਤਾਂ ਇਹ ਸੀ ਕਿ ਕਲਿੰਟਨ ਆਪਣੀ ਪ੍ਰੈਜ਼ੀਡੈਂਸੀ ਵੇਲੇ ਵੀ ਔਰ ਖਾਸ ਤੌਰ ਤੇ ਰਿਟਾਇਰ ਹੋਣ ਤੋਂ ਬਾਅਦ ਆਪਣਾ ਇਸ ਕਿਸਮ ਦਾ ਕੋਈ ਫੰਡ ਕਾਇਮ ਕਰਦਾ ਕੋਈ ਐਸੀ ਹੈਲਪ ਹੁੰਦੀ ਕਿ ਉਹਨਾਂ ਸਾਰੇ ਬੱਚਿਆਂ ਦੀ ਐਜੂਕੇਸ਼ਨ ਔਰ ਉਹਨਾਂ ਨੂੰ ਈਵਨ ਕਿਉਂਕਿ ਉਹ ਇੰਨੇ ਜੇ ਉੱਥੇ ਅਨਸੇਫ ਨੇ ਈਵਨ ਅਮਰੀਕਾ 'ਚ ਉਹਨਾਂ ਦੇ ਆਉਣ ਦਾ ਐਜੂਕੇਸ਼ਨ ਦਾ ਜਾਂ ਉਹਨਾਂ ਨੂੰ
ਰੈਜ਼ੀਡੈਂਸ ਦੇਣ ਦਾ ਪ੍ਰਬੰਧ ਹੁੰਦਾ। ਪਰ ਇਸ ਦੇ ਉਲਟ ਅੱਜ ਕਿਸ ਤਰ੍ਹਾਂ ਇਹ ਪੈਸੇ ਦਾ ਲੋਭ ਇਹਨਾਂ ਅਮੀਰੀ ਦਾ ਸ਼ੌਕ ਰੱਖਣ ਵਾਲੇ ਲੋਕਾਂ ਨੂੰ ਕਿਵੇਂ ਰੋਲਦਾ ਹੈ, ਉਹ ਇਹਦੇ ਇਸ ਇੰਟਰਵਿਊ ਤੋਂ ਜ਼ਾਹਰ ਹੈ। ਤੇ ਕਿਵੇਂ ਉਹ ਮੋਦੀ ਦੀਆਂ ਤਾਰੀਫਾਂ ਕਰ ਰਿਹਾ ਹੈ, ਕਿਵੇਂ 2002 ਦੇ ਵਿੱਚ ਜਿਹੜਾ ਮੋਦੀ ਨੇ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਗੁਜਰਾਤ ਕੀਤਾ ਉਹਨੂੰ ਬੀਤੇ ਦੀ ਗੱਲ ਕਹਿ ਰਹੇ ਜੀ। ਔਰ ਈਵਨ ਕਿਉਂਕਿ ਇਸ ਇੰਟਰਵਿਊ ਦੇ ਦੋ ਕੰਪੋਨੈਂਟ ਨੇ, ਇੱਕ ਭਾਰਤ ਪ੍ਰਤੀ ਹੈ ਤੇ ਇੱਕ ਜਿਹੜੀ ਡਿਵੈਲਪਮੈਂਟ ਅੱਜ ਕੱਲ੍ਹ ਮੱਧ ਏਸ਼ੀਆ ਦੇ ਵਿੱਚ ਚੱਲ ਰਹੀ ਹੈ, ਗਾਜ਼ਾ ਦੇ ਵਿੱਚ ਜਿਸ ਤਰੀਕੇ ਨਾਲ ਇਜ਼ਰਾਈਲ ਦੇ ਬੰਬਰ, ਰਾਕਟ, ਜਹਾਜ਼, ਟੈਂਕ ਕਿਵੇਂ ਗੋਲੇ ਦਾਗ ਰਹੇ ਨੇ, ਕਿਵੇਂ ਰੋਜ਼ਾਨਾ ਇੰਨੀਆਂ ਕਰੁਣਾ ਭਰਪੂਰ ਪਿਕਚਰਸ ਦੇਖਣ ਨੂੰ ਮਿਲਦੀਆਂ। ਕਿਤੇ ਮਾਪਿਓ ਨੇ ਛੋਟੀ ਬੱਚੀ ਚੁੱਕੀ ਹੋਈ ਹੈ ਜਿਹੜੀ ਮਰੀ ਹੈ ਉਸ ਧਮਾਕੇ 'ਚ, ਕਿਤੇ ਜਿਹੜੇ ਨੇ ਬਾਹਰ ਗਏ ਨੌਜਵਾਨ ਜਿਹੜੇ ਨੇ ਉਹ ਆਪਣੇ ਘਰਾਂ ਦੇ ਬਾਹਰ ਹੀ ਜਿਹੜੇ ਨੇ ਉਹ ਮਰੇ ਪਏ ਨੇ। ਸੋ ਉਸ ਬਾਰੇ ਵੀ ਉਹਦਾ ਜਿਸ ਕਿਸਮ ਦਾ ਰੁਖ ਹੈ, ਇਹ ਅਫਸੋਸ ਹੈ ਕਿ ਜਿਹੜਾ 2 ਵਾਰ ਖੁਦ ਅਮਰੀਕਾ ਦਾ ਪ੍ਰੈਜ਼ੀਡੈਂਟ ਰਿਹਾ ਔਰ ਜਿਹਦੀ ਘਰਵਾਲੀ ਹਿਲਰੀ ਕਲਿੰਟਨ ਹੁਣ ਸ਼ਾਇਦ ਆਉਣ ਵਾਲੀਆਂ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨਾਂ ਦੇ ਵਿੱਚ ਪ੍ਰੈਜ਼ੀਡੈਂਟ ਦੀ ਉਮੀਦਵਾਰ ਵੀ ਹੋਏ ਤੇ ਉਹ ਇਸ ਤਰੀਕੇ ਨਾਲ ਇਹਨਾਂ ਇਸ਼ੂਜ਼ ਨੂੰ ਜਿਹਨੂੰ ਕਹਿੰਦੇ ਨੇ ਅੰਡਰ ਦਾ ਕਾਰਪੇਟ ਪੁੱਟ ਕਰਨ ਦੀ ਕੋਸ਼ਿਸ਼ ਕਰ ਰਹੇ। ਸੋ ਜਿਹੜਾ ਉਹਨੇ NDTV ਇੰਟਰਵਿਊ ਦੇ ਵਿੱਚ ਮੋਦੀ ਬਾਰੇ ਕਿਹਾ, ਪਹਿਲਾਂ ਉਹਨੇ ਕਮੈਂਟ ਕੀਤਾ ਕਿ ਆਈ ਵਾਜ਼ ਇੰਪ੍ਰੈਸਡ ਵਿਦ ਮੋਦੀਜ਼ ਇਕਨੋਮਿਕਲ ਪਾਲਿਸੀਜ਼ ਜੀ, ਕਿ ਮੈਂ ਮੋਦੀ ਦੀਆਂ ਆਰਥਿਕ ਨੀਤੀਆਂ ਤੋਂ ਬਹੁਤ ਪ੍ਰਭਾਵਿਤ ਹੋਇਆ। 6 ਹਫ਼ਤੇ ਦੇ ਵਿੱਚ ਮੋਦੀ ਨੇ ਕਿਹੜਾ ਐਸਾ ਕੱਦੂ 'ਚ ਤੀਰ ਮਾਰਿਆ ਹੈ ਆਰਥਿਕ ਨੀਤੀ ਦੇ ਹਵਾਲੇ ਨਾਲ। ਇਸ ਤੋਂ ਇਲਾਵਾ ਕਿ ਭਾਰਤ ਦੇ ਲੋਕ ਜਿਹੜੇ ਨੇ ਪਹਿਲਾਂ ਗੰਢਿਆਂ ਦੇ ਭਾਅ 3 ਗੁਣਾ ਵਧੇ, ਹੁਣ ਟਮਾਟਰਾਂ ਦੇ ਨੇ, ਹਰ ਚੀਜ਼ ਜਿਹੜੀ ਹੈ ਉਹ ਸਿਖਰਾਂ ਨੂੰ ਛੋਹ ਰਹੀ ਹੈ। ਔਰ ਜਿਸ ਈਵਨ ਗੁਜਰਾਤ ਦੇ ਹਵਾਲੇ ਨਾਲ ਚਲੋ ਇੱਕ ਤਾਂ ਮੀਡੀਆ ਮਾਡਲ ਵੇਚਦਾ ਹੈ ਜਿਹੜਾ ਉਹਨਾਂ ਨੇ ਵੇਚਿਆ RSS ਨੇ ਕਿ ਜੀ ਵਿਕਾਸ ਮਾਡਲ, ਕਦੇ ਕਲਿੰਟਨ ਜਿਹੜਾ ਆਪਣੇ ਆਪ ਨੂੰ ਰਿਸਰਚਰ ਵੀ ਕਹਿੰਦਾ ਹੈ ਔਰ ਰੋਡ ਸਕਾਲਰ ਰਿਹਾ, ਕੋਈ ਉਹ ਇੰਟਰਨੈਸ਼ਨਲ ਪੋਲਿਟਿਕਸ ਦੇ ਬਾਰੇ, ਇੰਟਰਨੈਸ਼ਨਲ ਰਾਜਨੀਤੀ ਦਾ ਕੀ ਸੰਦਰਭ ਹੈ, ਉਸ ਦੀਆਂ ਕੀ ਇੰਪਲੀਕੇਸ਼ਨਸ ਨੇ, ਉਸ ਤੋਂ ਬਿਹਤਰ ਕੋਈ ਨਹੀਂ ਜਾਣਦਾ। ਕਿਤੇ ਗੁਜਰਾਤ ਜਾ ਕੇ ਦੇਖ ਹੀ ਲੈਂਦਾ ਕਿ ਵੀ ਏਡਾ ਹੀ ਜੇ ਵਿਕਾਸ ਮਾਡਲ ਹੈ ਤੇ ਅੱਜ ਵੀ ਹਜ਼ਾਰਾਂ ਕਿਸਾਨ ਗੁਜਰਾਤ ਦੇ ਵਿੱਚ ਕਿਉਂ ਸੁਸਾਈਡ ਕਰਦੇ ਨੇ, ਆਤਮਘਾਤ ਕਿਉਂ ਕਰਦੇ ਨੇ ਜੀ। ਗੁਜਰਾਤ ਦੇ ਵਿੱਚ ਜਿਹੜੇ ਮੁਸਲਮਾਨ ਵਸਦੇ ਨੇ ਉਹਨਾਂ ਦੀ ਆਰਥਿਕ ਹਾਲਤ ਕੀ ਹੈ। 2-4 ਸਟੋਰੀਜ਼ ਬਾਹਰਲੇ ਮੈਗਜ਼ੀਨਸ ਨੇ ਕੀਤੀਆਂ, ਉਹ ਤਾਂ ਇਵੇਂ ਟੀਨਾਂ ਦੇ ਥੱਲੇ, ਤਰਪਾਲਾਂ ਦੇ ਥੱਲੇ ਉਹਨਾਂ ਦੇ ਟੱਬਰਾਂ ਦੇ ਟੱਬਰ ਰੁਲ ਰਹੇ ਨੇ। ਕਿਹੜਾ ਵਿਕਾਸ ਮਾਡਲ ਹੈ ਇਸ ਦੇ ਕਿ ਅਮਿਤ ਸ਼ਾਹ ਜਾਂ ਮੋਦੀ ਜਾਂ ਇਹਨਾਂ ਦੀ ਕੋਟਰੀ ਦੇ ਅਮੀਰਾਂ ਨੇ, ਅੰਬਾਨੀਆਂ ਨੇ, ਰਿਲਾਇੰਸ ਨੇ, ਦੂਜਿਆਂ ਨੇ ਪੈਸੇ ਬਣਾਏ ਜਾਂ ਸਰਕਾਰੀ ਜ਼ਮੀਨ ਕੌਡੀਆਂ ਦੇ ਭਾਅ ਵੱਡਿਆਂ ਨੂੰ ਦਿੱਤੀ ਗਈ, ਇੰਡਸਟਰੀਲਿਸਟਾਂ ਨੂੰ, ਜਿਨ੍ਹਾਂ ਦੇ ਵਿੱਚ ਨੈਨੋ ਵਾਲਾ ਵੀ ਸ਼ਾਮਲ ਹੈ ਕਿ ਜਿਹਦੀ ਜੇ ਉੱਥੋਂ ਚੁਕਾਇਆ ਉਹਨੇ ਮਮਤਾ ਬੈਨਰਜੀ ਨੇ ਕਿ ਵੀ ਇਹ ਕਿਸਾਨਾਂ ਦੀਆਂ ਜ਼ਮੀਨਾਂ ਖੋਹ ਰਹੇ ਨੇ, ਇੱਥੇ ਬਥੇਰੀ ਜ਼ਮੀਨ ਹੈ ਇਹਨਾਂ ਦੇ ਕੋਲ, ਉਹ ਕੌਡੀਆਂ ਦੇ ਭਾਅ ਸਰਕਾਰ ਦੀ ਜਿਹੜੀ ਹੈ ਜਾਇਦਾਦ ਦਿੱਤੀ ਹੋਈ ਹੈ। ਔਰ ਇਹ ਬਿਲਕੁਲ ਫੇਕ ਮਾਡਲ ਹੈ ਜਿਸ ਨੂੰ ਬੜਾ ਇਹਨਾਂ ਨੇ ਵਿਕਾਸ ਮਾਡਲ ਬਣਾ ਕੇ ਵੇਚਿਆ। ਔਰ ਜਦੋਂ ਨਰਿੰਦਰ ਮੋਦੀ ਦੇ ਇਸ ਕਿਸਮ ਦੇ ਫੇਕ ਮਾਡਲ ਨੂੰ ਪ੍ਰੈਜ਼ੀਡੈਂਟ ਕਲਿੰਟਨ ਵਰਗੇ ਰੈਪੂਟੇਸ਼ਨ ਦਾ ਬੰਦਾ ਹੈ ਇਹ ਕਹਿੰਦਾ ਹੈ ਕਿ ਜੀ ਮੈਂ ਬੜਾ ਪ੍ਰਭਾਵਿਤ ਹਾਂ ਇਕਨੋਮਿਕਲ ਪਾਲਿਸੀਜ਼ ਤੋਂ, ਸਿੱਧਾ ਮਤਲਬ ਹੈ ਕਿ ਜਿਹੜਾ ਮਨਮੋਹਨ ਸਿੰਘ ਤੁਹਾਡਾ ਬੰਦਾ ਸੀ ਵਰਲਡ ਬੈਂਕ 'ਚੋਂ ਉਹਨੂੰ ਭੇਜਿਆ ਤੁਸੀਂ, ਮਨਟੇਕ ਸਿੰਘ ਆਹਲੂਵਾਲੀਆ ਵਰਲਡ ਲੈਵਲ ਦਾ ਇਕੋਨੋਮਿਸਟ ਸੀ, ਉਹਨਾਂ ਦੀਆਂ ਨੀਤੀਆਂ ਚੰਗੀਆਂ ਨਹੀਂ ਸੀ, ਉਹਨਾਂ ਨੇ ਤੁਹਾਨੂੰ ਇੰਪ੍ਰੈਸ ਨਹੀਂ ਸੀ ਕੀਤਾ, ਉਦੋਂ ਉਹਨਾਂ ਦੇ ਗੁਣ ਤੁਸੀਂ ਗਾਉਂਦੇ ਸੀ। ਫਿਰ ਕਲਿੰਟਨ ਨੇ ਕਿਹਾ ਲੀਵ ਗੁਜਰਾਤ ਸੈਕਟੇਰੀਅਨ ਵਾਇਲੈਂਸ ਇਨ ਦਾ ਪਾਸਟ ਆਫਟਰ ਵੋਟ ਆਫ ਦਾ ਇੰਡੀਅਨ ਪੀਪਲ, ਕਿ ਜੀ ਹੁਣ ਭੁੱਲ ਜਾਓ 2002 'ਚ ਕੀ ਹੋ, ਕਿਉਂਕਿ ਭਾਰਤੀ ਲੋਕਾਂ ਨੇ ਵੋਟਾਂ ਪਾ ਕੇ ਬਣਾ ਦਿੱਤਾ ਕਲਿੰਟਨ ਇਹਨੂੰ, ਮੋਦੀ ਨੂੰ ਜੀ। ਹੁਣ ਕੋਈ ਪੁੱਛੇ ਕਿ ਵੀ ਤੁਸੀਂ ਸਰਬੀਆ ਦੇ ਪ੍ਰੈਜ਼ੀਡੈਂਟ ਮਿਲੋਸੇਵਿਚ ਨੂੰ ਇਹਦੇ ਬਾਵਜੂਦ ਕਿ ਉਹ ਬੜੀ ਥੰਪਿੰਗ ਮੈਜੋਰਿਟੀ ਨਾਲ ਜਿੱਤਿਆ, ਉਹਨੂੰ ਡਰੈਗ ਕੀਤਾ ਇੰਟਰਨੈਸ਼ਨਲ ਕੋਰਟ ਆਫ ਜੂਰਿਸ ਦੇ ਸਾਹਮਣੇ, ਜੇਲ੍ਹ ਦੇ ਵਿੱਚ ਉਹਨੂੰ ਮਾਰਿਆ ਤੁਸੀਂ, ਔਰ ਤੁਸੀਂ ਹਰ ਥਾਂ ਦੇ ਉੱਤੇ ਜਿੱਥੇ ਇਲੈਕਟਿਡ ਆਫੀਸ਼ੀਅਲ ਆਉਂਦੇ ਨੇ, ਇਜਿਪਟ ਦੇ ਵਿੱਚ ਇਸਲਾਮਿਕ ਬ੍ਰਦਰਹੁੱਡ ਵਾਲੇ ਜਿਹੜੇ ਨੇ ਉਹਨਾਂ ਦੇ ਨੁਮਾਇੰਦੇ ਇਲੈਕਟ ਹੋ ਕੇ ਜਿਹੜੇ ਆਏ ਤੇ ਤੁਸੀਂ ਕਿਸ ਤਰੀਕੇ ਨਾਲ ਉਹ ਸਾਰੇ ਅੱਧੇ ਫਾਇਲ ਲਵਾ ਦਿੱਤੇ, ਅੱਧਿਆਂ ਦੇ ਥੱਲੇ ਦੁਬਾਰਾ ਤੁਸੀਂ ਆਪਣਾ ਰਜੀਮ ਕਾਇਮ ਕੀਤਾ। ਇਹ ਕ੍ਰਾਈਟੇਰੀਆ ਕਿ ਵੀ ਜੇ ਮੈਜੋਰਿਟੀ ਇਸ ਲਈ ਵੋਟਾਂ ਦੇ ਦੇ ਕਿ ਵੀ ਉਹਨੇ ਮਾਈਨੋਰਿਟੀਜ਼ ਨੂੰ ਮਾਰਿਆ, ਫਿਰ ਤਾਂ ਇੰਦਰਾ ਗਾਂਧੀ ਵੀ ਬਰੀ ਹੋ ਗਈ, ਜਿਹੜਾ ਕਲਿੰਟਨ ਦਾ ਇਹ ਕ੍ਰਾਈਟੇਰੀਆ ਹੈ ਜੀ। ਉਹਦੇ ਥੱਲੇ ਤਾਂ ਕਿਉਂਕਿ ਇੰਦਰਾ ਗਾਂਧੀ ਤਾਂ ਬਰੀ ਹੋਈ ਰਾਜੀਵ ਗਾਂਧੀ, ਕਿਉਂਕਿ ਉਹਦੇ ਕੋਈ ਸ਼ੱਕ ਨਹੀਂ ਹੈ ਨਵੰਬਰ 84 ਦੀ ਨਸਲਕੁਸ਼ੀ ਰਾਜੀਵ ਗਾਂਧੀ ਨੇ ਕੀਤੀ। ਪਰ ਇਹ ਨਸਲਕੁਸ਼ੀ ਕਰਨ ਤੋਂ ਬਾਅਦ ਜਿਹੜੀਆਂ ਚੋਣਾਂ ਹੋਈਆਂ 84 ਐਂਡ ਦੇ ਵਿੱਚ,
ਉਹਦੇ ਚੋਂ 3/4 ਬਹੁਮਤ ਦੇ ਨਾਲ ਉਹਦੀ ਪਾਰਟੀ ਜਿੱਤੀ, ਜਿਹਦਾ ਨਹਿਰੂ ਦੇ ਵੇਲੇ ਵੀ ਨਹੀਂ ਸੀ ਜਿੱਤੀ ਜੀ। ਇਹਦਾ ਮਤਲਬ ਰਾਜੀਵ ਗਾਂਧੀ ਵੀ ਬਰੀ ਹੋ ਗਿਆ ਕਿਉਂਕਿ ਲੋਕਾਂ ਨੇ ਵੋਟਾਂ ਪਾਤੀਆਂ ਦਾ ਮਤਲਬ ਤੁਸੀਂ ਮਾਰਤੇ ਹਜ਼ਾਰਾਂ ਸੇ ਕੋਈ ਫਰਕ ਨਹੀਂ ਪੈਂਦਾ। ਮੋਦੀ ਬਰੀ ਹੋ ਗਿਆ ਕਿਉਂਕਿ ਲੋਕਾਂ ਨੇ ਵੋਟਾਂ ਪਾ ਦਿੱਤੀਆਂ। ਫਿਰ ਕਲਿੰਟਨ ਕਹਿੰਦਾ ਐਵਰੀਬਡੀ ਥਿੰਕਸ ਮੋਦੀ ਹੈਜ਼ ਪੋਟੈਂਸ਼ੀਅਲ ਟੂ ਮੇਕ ਅ ਡਿਫਰੈਂਸ। ਹੁਣ ਤੁਸੀਂ ਕੋਈ ਖੁਸ਼ਾਮਦ ਦੀ ਵੀ ਕੋਈ ਹੱਦ ਹੁੰਦੀ ਹੈ ਕਿ ਜੀ ਹਰ ਕੋਈ ਇਹ ਸਮਝਦਾ ਹੈ ਕਿ ਮੋਦੀ ਦੇ ਵਿੱਚ ਬਹੁਤ ਜਿਹੜਾ ਉਹ ਪੋਟੈਂਸ਼ੀਅਲ ਹੈ ਤਬਦੀਲੀ ਲਿਆਉਣ ਦਾ। ਹਾਂ ਤਬਦੀਲੀ ਲਿਆਏਗਾ, ਘੱਟ ਗਿਣਤੀਆਂ ਨੇ ਜ਼ਰੂਰ ਉਹ ਤਬਦੀਲੀ ਲਿਆਏਗਾ ਉਹਨਾਂ ਦਾ ਸਫਾਇਆ ਕਰਕੇ। ਬਾਕੀ ਉਹਦਾ ਪੋਟੈਂਸ਼ੀਅਲ ਜਿਹੜਾ 6 ਹਫ਼ਤੇ ਦੇ ਵਿੱਚ ਨਜ਼ਰ ਆ ਗਿਆ ਕਿ ਵੀ ਤਰ੍ਹਾਂ ਲੋਕ ਕਰ ਰਹੇ ਨੇ। ਦਿੱਲੀ ਦਾ ਇੱਕ ਸਰਵੇ ਸਾਹਮਣੇ ਆਇਆ ਵੀ ਅੱਜ ਚੋਣਾਂ ਹੋਣ ਤੇ ਦਿੱਲੀ ਦੇ ਵਿੱਚ ਬੁਰੀ ਤਰ੍ਹਾਂ ਬੀਜੇਪੀ ਹਾਰੇ ਕਿਉਂਕਿ ਦਿੱਲੀ ਅਸੈਂਬਲੀ ਚੋਣਾਂ ਜਿਹੜੀਆਂ ਨੇ ਸਸਪੈਂਡਡ ਹੈ ਅਸੈਂਬਲੀ। ਸੋ ਇਹ ਉਹਨੂੰ ਇਹ ਦੇ ਰਿਹਾ ਕਿ ਜੀ ਉਹ ਹਰ ਕੋਈ ਸੋਚਦਾ। ਹਰ ਕੋਈ ਕੌਣ ਸੋਚਦਾ? ਕਿਹਨੂੰ ਮਿਲਿਆ ਤੂੰ? ਆਮ ਲੋਕਾਂ ਨੂੰ ਪੁੱਛਿਆ। ਜਿਹੜੀ ਕਰਾਊਡ ਤੁਸੀਂ ਇਕੱਠੀ ਕੀਤੀ ਹੋਈ ਆ ਉਹਦੇ ਤੋਂ ਜਿਹੜੀ ਆ ਉਸ ਕਿਸਮ ਦੇ ਖੁਸ਼ਾਮਦੀ ਆਲੇ ਦੁਆਲੇ ਲਾਏ ਹੁੰਦੇ ਨੇ। ਫਿਰ ਕਲਿੰਟਨ ਕਹਿੰਦਾ ਨਵਾਜ਼ ਸ਼ਰੀਫ ਐਟ ਮੋਦੀਜ਼ ਇਨੋਗ੍ਰੇਸ਼ਨ ਮੇ ਬੀ ਸਿਗਨਲ ਟੂ ਮੁਸਲਿਮਸ ਇਨ ਇੰਡੀਆ ਕਿ ਜੀ ਦੇਖੋ ਇਹ ਨਵਾਜ਼ ਸ਼ਰੀਫ ਜਿਹੜਾ ਆਇਆ ਮੋਦੀ ਦੇ ਸਹੁੰ ਚੁੱਕ ਦੇ ਉੱਤੇ, ਇਹਦੇ ਨਾਲ ਭਾਰਤ ਦੇ ਮੁਸਲਮਾਨਾਂ ਨੂੰ ਵੀ ਲੱਗਣਾ ਚਾਹੀਦਾ ਸਭ ਠੀਕ ਠਾਕ ਹੋ ਗਿਆ ਜੀ। ਔਰ ਇਹ ਗੱਲ ਈਵਨ ਕਿਸੇ ਮੀਡੀਆ ਪਰਸਨ ਨੇ ਵੀ ਨਹੀਂ ਕੀਤੀ ਕਿ ਜਿਹੜਾ ਮੋਦੀ ਨੇ ਤਾਂ ਹੁਣ ਇਨਵਾਈਟ ਕੀਤਾ ਸਾਰਕ ਦੇਸ਼ਾਂ ਵਾਲਿਆਂ ਨੂੰ, ਸਾਰਿਆਂ ਨੂੰ, ਉਹਦੇ 'ਚ ਕੋਈ ਇਕੱਲਾ ਪਾਕਿਸਤਾਨ ਨੂੰ ਨਹੀਂ ਕਿ ਜੀ ਆਓ ਮੇਰੇ ਸਹੁੰ ਚੁੱਕ ਸਮਾਗਮ। ਪਰ ਜਦੋਂ ਨਵਾਜ਼ ਸ਼ਰੀਫ ਪ੍ਰਾਈਮ ਮਿਨਿਸਟਰ ਦੀ ਸਹੁੰ ਉਹਨੇ ਚੁੱਕਣੀ ਸੀ, ਉਹਨੇ ਚੇਚਾ ਇਕੱਲੇ ਇੰਡੀਅਨ ਪ੍ਰਾਈਮ ਮਿਨਿਸਟਰ ਨੂੰ ਮਨਮੋਹਨ ਸਿੰਘ ਨੂੰ ਇਨਵਾਈਟ ਕੀਤਾ ਸੀ ਕਿ ਮੇਰੇ ਸਹੁੰ ਚੁੱਕ ਸਮਾਗਮ 'ਚ ਆਓ, ਜਿਹੜਾ ਇਹ ਨਹੀਂ ਸੀਗੇ ਜੀ। ਸੋ ਬਜਾਏ ਇਸ ਦੇ ਕੋਈ ਗੱਲ ਇਨਵੀਟੇਸ਼ਨ ਦੀ ਨਹੀਂ ਹੈ ਕਿ ਮੋਦੀ ਨੇ ਬੜਾ ਇਨਵਾਈਟ ਕਰ ਲਿਆ। ਉਦੋਂ ਨਵਾਜ਼ ਸ਼ਰੀਫ ਨੇ ਹੀ ਇਹ ਚੰਗਾ ਇੱਕ ਸ਼ੁਰੂਆਤ ਕੀਤੀ ਕਿ ਭਾਈ ਇਨਵਾਈਟ ਕਰੋ, ਜਿਹੜਾ ਉਦੋਂ ਇੰਡੀਆ ਨੇ ਨਹੀਂ ਸੀ ਮੰਨਿਆ। ਸੋ ਨਵਾਜ਼ ਸ਼ਰੀਫ ਨੂੰ ਸੱਦ ਲੈਣਾ, ਨਵਾਜ਼ ਸ਼ਰੀਫ ਪਾਕਿਸਤਾਨ ਦੇ ਲੋਕਾਂ ਨੂੰ ਰਿਪਰੈਜ਼ੈਂਟ ਕਰਦਾ। ਇਹ ਜਦੋਂ ਕਲਿੰਟਨ ਕਹਿੰਦਾ ਹੈ ਕਿ ਜੀ ਇੰਡੀਅਨ ਮੁਸਲਮਾਨਾਂ ਲਈ ਇਹ ਬਹੁਤ ਚੰਗਾ ਹੈ ਕਿ ਨਵਾਜ਼ ਸ਼ਰੀਫ ਨੂੰ ਸੱਦ ਲਿਆ ਹੈ, ਇਹਦਾ ਅੰਡਰਲਾਈਂਗ ਮੈਸੇਜ ਇਹ ਹੈ ਜਿਵੇਂ ਇੰਡੀਅਨ ਮੁਸਲਮਾਨਾਂ ਦੀ ਲਾਇਲਟੀ ਪਾਕਿਸਤਾਨ ਦੇ ਨਾਲ ਹੋਏ ਜੀ। ਉਹਨਾਂ ਨੂੰ ਬੜਾ ਚੰਗਾ ਲੱਗਿਆ ਕਿ ਜੀ ਨਵਾਜ਼ ਸ਼ਰੀਫ ਨੂੰ ਉਹਨਾਂ ਨੇ ਸੱਦ ਲਿਆ। ਸੋ ਕਿਸ ਲੈਵਲ ਤੇ ਇੰਟਰਨੈਸ਼ਨਲ ਲੈਵਲ ਦਾ ਥਿੰਕਰ ਹੈ ਇਹ ਬੰਦਾ, ਪਰ ਕਿਸ ਕਿਸਮ ਦੀ ਕਮਜ਼ੋਰੀ ਹੈ ਕੀ ਹੈ ਕਿ ਕਿਸ ਕਿਸਮ ਦਾ ਇਹ ਜਿਹੜਾ ਇਹਦਾ ਐਨਾਲਿਸਿਸ ਦੇ ਰਿਹਾ। ਹੁਣ ਫਿਰ ਉਹ ਕਹਿੰਦਾ ਮੋਦੀ ਮੇ ਬੀ ਸੈਂਡਿੰਗ ਦਾ ਮੈਸੇਜ that he wants to govern for everybody ਕਿ ਜੀ ਉਹਨੂੰ ਜਿਹੜਾ ਇਨਵਾਈਟ ਕੀਤਾ ਹੈ ਔਰ ਦੂਜਾ ਕੀਤਾ ਉਹਨੇ ਸੁਨੇਹਾ ਦਿੱਤਾ ਹੈ ਕਿ ਜੀ he wants to govern everybody। wants to govern everybody ਹੁੰਦਾ ਕਿੰਨੇ ਐਮਐਲਏ ਐਮਪੀ ਬੀਜੇਪੀ ਦੇ ਬਣੇ ਨੇ ਜੀ। ਇੱਕ ਮਿਨਿਸਟਰ ਸਾਰੀ ਕੈਬਨਿਟ ਚੋਂ 13% ਮੁਸਲਮਾਨ ਨੇ ਭਾਰਤ ਦੇ ਵਿੱਚ। 13 ਕਿਉਂ ਜੀ 15%, 150 ਮਿਲੀਅਨ ਪਲੱਸ, ਘੱਟੋ ਘੱਟ 15% ਦੇ ਲਿਹਾਜ਼ ਨਾਲ ਉਹਨਾਂ ਨੂੰ ਮਿਨਿਸਟਰੀ ਦਿੱਤੀ ਹੁੰਦੀ। ਫਿਰ ਕਹਿੰਦਾ ਜੀ ਗਵਰਨ ਐਵਰੀਬਡੀ ਜੀ। ਸੋ ਮਤਲਬ ਇਹ ਬਿਲਕੁਲ ਚਾਪਲੂਸੀ ਦੀਆਂ ਹੱਦਾਂ ਟੱਪੀਆਂ ਹੋਈਆਂ। ਹੁਣ ਇਹ ਕਹਿੰਦਾ ਜੀ ਇੰਡੀਆ ਹੈਜ਼ ਬੀਨ ਏਬਲ ਟੂ ਪ੍ਰੀਜ਼ਰਵ ਏ ਮੋਰ ਇਨਕਲੂਸਿਵ ਡੈਮੋਕ੍ਰੇਸੀ ਈਵਨ ਇਨ ਪੂਰਰ ਪਲੇਸਿਸ। ਕਿਹੜੀ ਡੈਮੋਕ੍ਰੇਸੀ ਹੈ? ਜਿੱਥੇ 40% ਤੋਂ ਲੋਕ ਗਰੀਬੀ ਰੇਖਾ ਤੋਂ ਥੱਲੇ ਨੇ, ਜਿੱਥੇ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਫਿਊਡਲ ਸਿਸਟਮ ਹੋਏ, ਕਾਸਟ ਸਿਸਟਮ ਹੋਏ, ਉਹਨਾਂ ਦੇ ਮੁੱਢਲੇ ਹੱਕ ਖੋਏ ਹੋਏ ਨੇ। ਕਿਹੜੀ ਡੈਮੋਕ੍ਰੇਸੀ, ਇਨਰ ਡੈਮੋਕ੍ਰੇਸੀ ਜਿਹੜੀ ਭਾਰਤ ਦੇ ਵਿੱਚ ਕਲਿੰਟਨ ਨੂੰ ਨਜ਼ਰ ਆਈ ਹੈ। ਫਿਰ ਉਹ ਕਹਿੰਦਾ US ਨੋ ਐਨਗੇਜਮੈਂਟ ਪਾਲਿਸੀ ਵਿਦ ਮੋਦੀ ਇਜ਼ ਓਵਰ। ਉਹਨੂੰ ਇਹ ਪੁੱਛਿਆ ਕਿ ਵੀ ਇਹ 2005 ਦੇ ਵਿੱਚ ਅਮਰੀਕਾ ਨੇ ਪਾਬੰਦੀ ਲਾਈ ਸੀ ਕਿਉਂਕਿ ਅਮਰੀਕਨ ਲਾਅ ਦੇ ਥੱਲੇ ਉਹਨੇ ਰਿਲੀਜੀਅਸ ਪਰਸੀਕਿਊਸ਼ਨ ਕੀਤੀ ਹੋਈ ਸੀ, ਇਸ ਲਈ ਉਹਨੂੰ ਵੀਜ਼ਾ ਡਿਨਾਈ ਕੀਤਾ ਗਿਆ ਸੀ ਜੀ। ਤੇ ਹੁਣ ਉਹ ਕਹਿੰਦਾ ਜੀ ਨਹੀਂ, ਹੁਣ ਉਹ ਜਿਹੜੀ 2005 ਦੀ ਪਾਲਿਸੀ ਹੈ ਉਹ 9 ਸਾਲ ਬਾਅਦ ਕਿਉਂਕਿ ਹੁਣ ਬਣ ਗਿਆ ਉਹ, ਇਸ ਲਈ ਇਹ ਜਿਹੜੀ ਸੀ ਕਿ ਜੀ ਅਸੀਂ ਇੰਗੇਜ ਨਹੀਂ ਹੋਣਾ ਮੋਦੀ ਨਾਲ, ਖਤਮ ਹੋ ਗਈ। ਇਹ ਹੁਣ ਬੀਤੇ ਜ਼ਮਾਨੇ ਦੀ ਗੱਲ ਹੈ ਜੀ। ਔਰ ਇਹ ਉਹਦਾ ਫਿਰ ਉਹਨੇ ਕਹਿੰਦਾ ਹੈਵ ਫੋਲੋਡ ਮੋਦੀਜ਼ ਕਰੀਅਰ ਸਿੰਸ ਹੀ ਵਾਜ਼ ਅ ਚੀਫ ਮਿਨਿਸਟਰ ਕਿ ਜੀ ਮੈਂ ਤਾਂ ਉਹਨੂੰ ਬੜਾ ਕਲੋਜ਼ਲੀ ਫੋਲੋ ਕਰ ਰਿਹਾ, ਜਿਵੇਂ ਅਬਰਾਹਿਮ ਲਿੰਕਨ ਦਾ ਪਿਓ ਹੋਏ ਵੀ ਤੂੰ ਫੋਲੋ ਕਰ ਰਿਹਾ ਜੀ। ਸੋ ਇਹ ਹੈ ਲੈਵਲ ਕਿ ਵੀ ਜਿਸ ਦੇ ਆਪਣੇ ਸਾਹਮਣੇ ਏਜੰਸੀਆਂ ਨੇ ਕੀਤਾ ਹੈ। ਹਿੰਦੂ ਮਿਲੀਟੈਂਟਸ ਕਿੱਥੋਂ ਆਏ ਸੀਗੇ? ਨਰਿੰਦਰ ਮੋਦੀ ਉਹਨਾਂ ਹਿੰਦੂ ਮਿਲੀਟੈਂਟਸ ਦਾ ਪਿਓ ਹੈ ਜਿਨ੍ਹਾਂ ਨੇ 35 ਸਿੱਖ ਮਾਰੇ ਨੇ ਜੀ। ਇਹ ਉਹੀ ਮੋਦੀ ਹੈ ਜਿਹਦੇ ਬੀਜੇਪੀ ਨੇ ਜਿਹੜਾ ਉਹ ਬਾਬਰੀ ਮਸਜਿਦ ਢਾਈ ਹੈ, ਜਿਹਨੇ ਖੁਦ ਹਜ਼ਾਰਾਂ ਮੁਸਲਮਾਨ ਮਾਰੇ ਨੇ। ਔਰ ਫਿਰ ਕਿਵੇਂ ਇਨੋਸੈਂਟਸ ਉਹ ਸੁਹਾਰਾਵਰਦੀ ਹੋਏ, ਉਹ ਦੂਸਰੇ ਹੁਣ ਸਹਾਰੂਦੀਨ, ਕਿਵੇਂ ਉਹਨਾਂ ਦੇ ਫੇਕ ਐਨਕਾਊਂਟਰ ਬਣਾਏ ਨੇ। ਔਰ ਇਹੋ ਜਿਹੀ ਦੀ ਜਿਹੜੀ ਅਸਪਸ਼ਟ ਔਰ ਜਿਹੜੀ ਹੈ ਭਗੌੜਾਪਨ ਵਾਲੀ ਜਿਹੜੀ ਉਹਦੀ ਇੰਟਰਵਿਊ ਮਿਡ ਈਸਟ ਕ੍ਰਾਈਸਿਸ ਤੇ ਉਹਦੇ 'ਚ ਉਹਨੇ 2-3 ਨੁਕਤੇ ਕਹੇ ਜੀ। ਹਮਸ ਹੈਜ਼ ਸਟ੍ਰੈਟਜੀ ਟੂ ਫੋਰਸ ਇਜ਼ਰਾਈਲ ਟੂ ਕਿਲ देयर ਓਨ ਸਿਵਿਲੀਅਨਸ। ਦੇਖੋ ਹੱਦ ਹੋ ਗਈ।
ਹੁਣ ਇਹ ਕਹਿੰਦਾ ਹੈ ਕਿ ਜੀ ਇਹ ਹਮਸ ਜਿਹੜਾ ਗਾਜ਼ਾ ਦੇ ਵਿੱਚ ਰਾਕਟ ਜਿਹੜਾ ਪਹਿਲਾਂ ਦਾਗਦਾ ਹੈ ਤੇ ਫਿਰ ਇਜ਼ਰਾਈਲ ਮਾਰਦਾ ਹੈ, ਕਹਿੰਦੇ ਜੀ ਇਹ ਉਹਨਾਂ ਦੀ ਬੜੀ ਕਾਮਯਾਬ ਨੀਤੀ ਹੈ ਕਿ ਆਪਣੇ ਲੋਕ ਮਰਵਾਉਣ ਦੇ ਲਈ ਉਹਨਾਂ ਨੂੰ ਜਾਂਚ ਹੈ ਵੀ ਕਿਵੇਂ ਆਪਣੇ ਮਰਵਾਣੇ ਨੇ। ਜੀ ਜੀ। ਹੁਣ ਇਹ ਹੈ ਕਿ ਵੀ ਤੁਸੀਂ ਦੁਸ਼ਮਣ ਨੂੰ ਕਿਵੇਂ ਪ੍ਰੋਟੈਕਟ ਕਰ ਰਹੇ ਹੋ, ਬਜਾਏ ਕਿ ਆਊਟਰਾਈਟ ਕੰਡੈਮਨੇਸ਼ਨ ਹੁੰਦੀ ਕਿ ਇਜ਼ਰਾਈਲ ਜੋ ਕਰ ਰਿਹਾ ਹੈ ਆਮ ਲੋਕਾਂ ਦੇ ਉੱਤੇ, ਜੋ ਜਿਸ ਕਿਸਮ ਨਾਲ ਇਨੋਸੈਂਟ ਬੱਚੇ ਔਰਤਾਂ ਮਰ ਰਹੀਆਂ ਨੇ, ਕੰਡੈਮਨੇਬਲ ਐਕਟ ਹੈ, ਇਹ ਖਤਮ ਹੋਣਾ ਚਾਹੀਦਾ ਹੈ ਜੀ। ਪੀਸ ਇੰਟਰਨੈਸ਼ਨਲੀ ਬ੍ਰੋਕਰ ਹੋਣੀ ਚਾਹੀਦੀ ਹੈ। ਫਿਰ ਉਹ ਕਹਿੰਦਾ ਇਜ਼ਰਾਈਲ ਪੀਐਮ ਸ਼ੁੱਡ ਮੇਕ ਕੰਪਰੈਹੈਂਸਿਵ ਪੀਸ ਪੈਕਟ ਵਿਦ ਪੈਲਸਤੀਨ। ਚਲੋ ਇਹ ਇੱਕ ਪੋਜ਼ਿਟਿਵ ਗੱਲ ਹੈ, ਪਰ ਕੌਣ ਰੋਕ ਰਿਹਾ ਕੰਪਰੈਹੈਂਸਿਵ ਪੀਸ ਪੈਕਟ ਨੂੰ? ਮਿਸਟਰ ਕਲਿੰਟਨ, ਤੁਸੀਂ 8 ਸਾਲ ਪ੍ਰੈਜ਼ੀਡੈਂਟ ਰਹੇ ਹੋ, ਤੁਸੀਂ ਕੰਪਰੈਹੈਂਸਿਵ ਪੀਸ ਪੈਕਟ ਨਾ ਬਣਾਇਆ। ਹੁਣ ਓਬਾਮਾ ਤੁਹਾਡੀ ਪਾਰਟੀ ਦਾ ਹੈ, ਡੈਮੋਕ੍ਰੇਟ ਹੈ, ਇਹਦੀ ਵੀ ਸੈਕੰਡ ਟਰਮ ਮੁੱਕਣ ਵਾਲੀ ਹੈ, ਤੁਸੀਂ ਕੰਪਰੈਹੈਂਸਿਵ ਪੀਸ ਪੈਕਟ ਨਹੀਂ ਬਣਾਇਆ। ਹੁਣ ਮੋਦੀ ਬਣਾਏਗਾ ਕੰਪਰੈਹੈਂਸਿਵ ਪੀਸ ਪੈਕਟ ਵੀ ਜੈਪੁਰ 'ਚ ਬਹਿ ਕੇ ਤੁਸੀਂ ਕਹਿ ਰਹੇ ਹੋ ਜੀ ਕੰਪਰੈਹੈਂਸਿਵ ਪੀਸ ਪੈਕਟ। ਤੁਹਾਡੀ ਜ਼ਿੰਮੇਵਾਰੀ ਹੈ, ਤੁਹਾਡੀ ਪਾਰਟੀ ਜਿਹੜੀ ਹੈ ਉਹਨੇ ਗਵਰਨ ਕੀਤਾ ਹੈ ਇਸ ਸਾਰੇ ਪੀਰੀਅਡ ਦੇ ਵਿੱਚ, ਪਰ ਕਿਉਂਕਿ ਜੇ ਤੁਸੀਂ ਪੈਸੇ ਨਾਲ ਵਿਕੇ ਹੋਏ ਹੋ ਤੇ ਫਿਰ ਜਿੰਨਾ ਕੁ ਪੈਸਾ ਹਿੰਦੂ ਨੈਸ਼ਨਲਿਸਟਾਂ ਕੋਲ ਹੈ ਤੁਹਾਨੂੰ ਦੇਣ ਨੂੰ, ਇੱਥੇ ਜਿਹੜੇ ਇਜ਼ਰਾਈਲ ਦੇ ਸਮਰਥਕ ਨੇ ਉਹ ਤਾਂ ਉਹਨਾਂ ਕੋਲ ਤਾਂ ਮੱਚ ਮੋਰ ਪੈਸਾ ਦੇਣ ਨੂੰ, ਉਹਨਾਂ ਦੇ ਥੱਲੇ ਹੀ ਤੁਹਾਡੀ ਜ਼ੁਬਾਨ ਨੂੰ ਜੰਦੇ ਲੱਗ ਜਾਂਦੇ ਨੇ ਔਰ ਤੁਹਾਡੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਨੇ ਉਹਨਾਂ ਦੇ ਪੋਲੀਟੀਕਲ ਇਨਫਲੂਐਂਸ ਦੇ ਥੱਲੇ ਜੀ। ਫਿਰ ਇਹ ਕਹਿੰਦਾ ਜੀ ਸੀਰੀਅਸ ਪੀਸ ਟਾਕਸ ਨੀਡਡ ਟੂ ਡੀ-ਐਸਕੇਲੇਟ ਮਿਡ ਈਸਟ ਕ੍ਰਾਈਸਿਸ। ਕੌਣ ਕਰੇਗਾ ਪੀਸ? ਵੀ ਤੁਸੀਂ ਜੈਪੁਰ 'ਚ ਉੱਥੇ ਰੈਸਟੋਰੈਂਟ ਦੇਖਣ ਗਏ ਹੋ ਕਿ ਵੀ ਬਿਮਾਰੀ ਮਾਰਿਆ ਖਾਣਾ ਜਿਹੜਾ ਉਹਨੂੰ ਕਿਵੇਂ ਬਣਾ ਕੇ ਦਿੰਦੇ ਨੇ। ਇਹ ਕਲਿੰਟਨ ਹੋਏ, ਦੂਸਰਾ ਇਸ ਮਾਮਲੇ 'ਚ ਹੁਣ ਚਲੋ ਵਿਚਾਰਾ ਬਜ਼ੁਰਗ ਹੋ ਗਿਆ ਜਿਮੀ ਕਾਰਟਰ, ਉਹ ਇੱਕ ਚੰਗਾ ਸੀ ਕਿ ਵੀ ਕਿੱਥੇ ਪੀਸ ਕਰਾਣੀ ਹੈ, ਕਿੱਥੇ ਲੋਕ ਮੁਸ਼ਕਲ 'ਚ ਨੇ। ਚਾਹੀਦਾ ਤਾਂ ਇਹ ਸੀ ਕਿ ਤੁਸੀਂ, ਪਰ ਹੁਣ ਕਿਉਂ ਜਾਏ ਮਿਡਲ ਈਸਟ? ਘਰ ਵਾਲੇ ਨੂੰ ਦੁਬਾਰਾ ਪ੍ਰੈਜ਼ੀਡੈਂਟ ਬਣਾਉਣਾ ਹੁਣ ਜੀ, ਹਾਂਜੀ, ਔਰ ਆਪਣੀ ਥਾਂ ਤੇ ਫਿਰ ਉਹ ਇਜ਼ਰਾਈਲੀਆਂ ਨੂੰ ਨਾਰਾਜ਼ ਥੋੜੀ ਕਰਨਾ ਅਮਰੀਕਾ ਵਾਲਿਆਂ ਨੂੰ। ਇਸ ਲਈ ਬਜਾਏ ਕਿ ਇਹ ਮਿਡਲ ਈਸਟ 'ਚ ਜਾਂਦਾ ਕਿ ਉੱਥੇ ਜਿਹੜਾ ਲੋਕਾਂ ਇਨੋਸੈਂਟ ਮਾਰੇ ਜਾ ਰਹੇ ਨੇ, ਜੈਪੁਰ ਗਿਆ ਉੱਥੇ ਉਹਨਾਂ ਦੇ ਰੈਸਟੋਰੈਂਟ 'ਚ ਬਟਰ ਚਿਕਨ ਚਿਕਨ ਬਟਰ ਕਹਿੰਦਾ ਕੀ ਹੈ, ਤੰਦੂਰੀ ਚਿਕਨ ਖਾਣ ਜੀ, ਪੇਟੂ ਹੈ ਬੜਾ, 2 ਵਾਰੀ ਬਾਈਪਾਸ ਹੋਇਆ, ਮੈਨੂੰ ਬਹੁਤ ਪਸੰਦ ਆ ਇੰਡੀਅਨ ਫੂਡ, ਬਹੁਤ ਇੰਡੀਅਨ। ਇੱਥੇ ਵੀ ਸੀ ਇੱਕ ਛਟਵਾਲ ਜਿਹਦੇ ਕੋਲ ਖਾਣ ਜਾਂਦਾ ਹੁੰਦਾ ਸੀ, ਉਹ ਵੀ ਫਸਿਆ ਹੋਇਆ ਕਰਪਸ਼ਨ 'ਚ ਕਿ ਕਿਵੇਂ ਉਹਨੇ ਡੋਨੇਸ਼ਨਾਂ ਦਿੱਤੀਆਂ ਤੇ ਕੀ ਹੋਇਆ। ਇਸ ਕਿਸਮ ਦਾ ਸਾਰਾ ਕਰਪਟ ਸਿਸਟਮ ਹੈ। ਔਰ ਅਖੀਰ 'ਚ ਕਹਿ ਰਿਹਾ ਹੈ ਇਜ਼ਰਾਈਲ ਪਾਰਟਲੀ ਰਿਸਪੌਂਸਿਬਲ ਫॉर ਨਾਟ ਮੂਵਿੰਗ ਫਾਸਟ ਔਨ ਮਿਡ ਈਸਟ ਪੀਸ, ਕਿ ਇਜ਼ਰਾਈਲ ਥੋੜਾ ਜਿਹਾ ਦੋਸ਼ੀ ਹੈ ਕਿ ਮਿਡਲ ਈਸਟ ਦੇ ਵਿੱਚ ਜਿਹੜੀ ਸ਼ਾਂਤੀ ਦੇ ਲਈ ਕੋਈ ਯਤਨ ਨਹੀਂ ਹੋ ਰਹੇ ਪਾਰਟਲੀ ਜੀ। ਮਤਲਬ ਹੁਣ ਇਹ ਹਰ ਇੱਕ ਨੂੰ ਪਤਾ ਹੈ ਕਿ ਫਲਸਤੀਨੀ ਜਿਹੜੇ ਨੇ ਯਾਸਰ ਅਰਾਫਾਤ ਅਲਟੀਮੇਟਲੀ ਡਿਸਗ੍ਰੇਸ ਹੋ ਕੇ ਉਹ ਮਰਿਆ, ਉਹਨੂੰ ਵੀ ਪੋਇਜ਼ਨ ਕੀਤਾ ਇਜ਼ਰਾਈਲੀਆਂ ਨੇ ਜੀ। ਉਹ ਚਾਹੁੰਦਾ ਸੀ ਕੁਝ ਬਣ ਜਾਏ, ਭਾਵੇਂ ਤੁਸੀਂ ਸਾਨੂੰ ਬੰਟੁਸਤਾਨ ਹੀ ਦੇ ਦਿਓ, ਵੈਸਟ ਬੈਂਕ ਇੱਥੇ ਹੈ, ਗਾਜ਼ਾ ਹੈ, ਮਾੜੀ ਜਿਹੀ ਈਸਟ ਜੈਰੂਸ਼ਲਮ ਦਾ ਦੇ ਦਿਓ ਰਾਜਧਾਨੀ ਦੇ ਲਈ। ਉਹ ਚਾਹੁੰਦੇ ਨੇ, ਉਹਨਾਂ ਦੀਆਂ ਤਾਂ 4 ਜਨਰੇਸ਼ਨਾਂ ਹੈ ਉੱਥੇ ਕੈਂਪਾਂ ਦੇ ਵਿੱਚ, ਬੱਚੇ ਜਿਹੜੇ ਨੇ ਉਹ ਜੰਮਦੇ ਨੇ ਉੱਥੇ ਮਰ ਮੁਰ ਜਾਂਦੇ ਨੇ, ਇਹਨਾਂ ਦੇ ਗੋਲਿਆਂ ਤੇ ਟੈਂਕਾਂ ਦੇ ਬਰਬਾਦੀ ਹੁੰਦੀ ਹੈ ਜੀ। ਸੋ ਸਾਡੇ ਪ੍ਰੈਜ਼ੀਡੈਂਟ ਸਾਹਿਬ ਕਲਿੰਟਨ ਜਿਹੜਾ ਅੱਜ ਵੀ ਪਪੂਲਰ ਹੈ, ਪਰ ਇਹ ਗੱਲ ਸਾਬਤ ਕਰਦੀ ਹੈ ਕਿ ਵੀ ਅਸੀਂ ਬੀਤੇ ਬਾਰੇ ਤਾਂ ਕਹਿੰਦੇ ਹਾਂ ਜੀ, ਹਿਟਲਰ ਨੇ ਇਹ ਕੀਤਾ, ਮਸੋਲਿਨੀ ਨੇ ਇਹ ਕੀਤਾ, ਨੈਵਰ ਅਗੇਨ, ਔਰ ਅਸੀਂ ਜਿੱਥੇ ਇਨਸਾਨੀ ਖੂਨ ਡੁੱਲ ਰਿਹਾ ਜੀ, ਜੇ ਮੋਦੀ ਨੇ ਇੱਕ ਦੈਂਤ ਵਾਂਗ ਜਿਹੜਾ ਉਹ ਮੁਸਲਮਾਨਾਂ ਦਾ ਖੂਨ ਡੋਲਿਆ ਘੱਟ ਗਿਣਤੀਆਂ ਦੇ ਉੱਤੇ, ਗੁਜਰਾਤ 'ਚ 60,000 ਤੋਂ ਜ਼ਿਆਦਾ ਸਿੱਖ ਕਿਸਾਨ ਬੇਦਖਲ ਕੀਤੇ ਜਾ ਰਹੇ ਨੇ, ਇਹ ਸਾਰੇ ਇਸ਼ੂ ਇਹਨਾਂ ਨੂੰ ਨਜ਼ਰ ਨਹੀਂ ਆਉਂਦੇ। ਮਿਡਲ ਈਸਟ ਦੇ ਵਿੱਚ ਖੂਨ ਡੁੱਲ ਰਿਹਾ ਬੇਗੁਨਾਹ ਦਾ, ਔਰ ਇਹਨਾਂ ਦੀ ਤੁਸੀਂ ਇਹ ਦੇਖ ਲਓ ਕਿ ਵੀ ਹਾਲ ਕੀ ਹੈ ਜੀ। ਡਾਕਟਰ ਸਾਹਿਬ ਬਿਲਕੁਲ ਵਾਟ ਅ ਸ਼ੇਮ ਜੀ। ਡਾਕਟਰ ਸਾਹਿਬ ਇਸ ਨਾਲ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਵਕਫੇ ਤੋਂ ਬਾਅਦ।